ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਆਪ ਜੀ ਦੇ ਸਨਮੁਖ ਫਿਰ ਹਾਜ਼ਰ ਹੈ ਆਪਣੀ ਬੇਨਤੀਆਂ ਨੂੰ ਲੈ ਕੇ। ਇੱਕ ਵਿਚਾਰ ਕਰਨ ਜੋ ਗੱਲ ਹੈ ਜਿਹੜੀ ਆਪ ਜੀ ਦੇ ਸਨਮੁਖ ਮੈਂ ਰੱਖਣੀ। ਅੱਜ ਅਸੀਂ ਰੋਜ਼ ਬੇਨਤੀਆਂ ਅਰਦਾਸਾਂ ਕਰ ਰਹੇ ਹਾਂ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, खुआर होए सब मिलेंगे, बचे शरण जो होए। ये रोज़ बेनतियां कर रहे हैं। ਇਹਦੇ ਵਿੱਚ ਦੋ ਗੱਲਾਂ ਨੇ ਜਿਹੜੇ ਆਪਾਂ ਗਹਿਰਾਈ ਨਾਲ ਸਮਝਣੀ ਹੈ। ਇੱਕ ਬੇਨਤੀ ਖਾਲਸੇ ਦੇ ਬਾਰੇ, ਖਾਲਸਾ ਕੌਣ ਹੈ, ਜਿਹੜੇ ਦਸਮ ਪਿਤਾ ਆਪਣੀ ਗੁਰਬਾਣੀ ਦੇ ਵਿੱਚ ਸਾਨੂੰ ਸੇਧ ਬਖਸ਼ ਰਹੇ ਨੇ। ਤੇ ਦੂਜੀ ਗੱਲ ਕਿ ਖਾਲਸੇ ਦਾ ਰਾਜ ਕਦੋਂ ਸੀਗਾ, ਕਦੋਂ ਹੋਣਾ ਹੈ। ਕਿਉਂਕਿ ਆਪਾਂ ਬੇਨਤੀਆਂ ਰੋਜ਼ ਕਰ ਰਹੇ ਹਾਂ ਤਾਂ ਜ਼ਰੂਰ ਇਹ ਹੋਣਾ ਹੈ ਇਸ ਧਰਤੀ ਦੇ ਉੱਤੇ ਖਾਲਸੇ ਦਾ ਰਾਜ। ਤੇ ਇੱਕ ਗਾਇਨ ਹੈ ਪਰਿਵਰਤਨ, ਚੇਂਜ ਸ੍ਰਿਸ਼ਟੀ ਦੇ ਵਿੱਚ ਹੁੰਦਾ ਹੈ। ਜਿਵੇਂ ਦਿਨ ਰਾਤ ਦਾ ਚੱਕਰ ਚੱਲ ਰਿਹਾ ਹੈ, ਰਿਤੂਆਂ ਮੌਸਮਾਂ ਦਾ ਚੱਕਰ ਚੱਲ ਰਿਹਾ ਹੈ। ਇਹ ਸਾਰੇ ਚੱਕਰ ਇਸ ਧਰਤੀ ਦੇ ਉੱਤੇ ਸਮੇਂ ਸਿਰ ਸਮੇਂ ਅਨੁਸਾਰ ਚੱਲਦੇ ਰਹਿੰਦੇ। ਇਸ ਚੱਕਰਾਂ ਦੇ ਨਾਲ ਇੱਕ ਸ੍ਰਿਸ਼ਟੀ ਚੱਕਰ, ਇਸ ਸ੍ਰਿਸ਼ਟੀ ਦੇ ਸਮੇਂ ਦਾ ਚੱਕਰ ਵੀ ਇੱਕ ਚੱਲਦਾ ਹੈ, ਜਿਹਦੇ ਵਿੱਚ 4 ਯੁੱਗ ਆਉਂਦੇ ਗਾਇਨ ਹੈ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਗੁਰਬਾਣੀ ਵੀ ਮੋਹਰ ਲਾ ਰਹੀ ਹੈ। ਇਹ 4 ਯੁੱਗ, 4 ਯੁੱਗਾਂ ਦੇ ਵਿੱਚ 2 ਯੁੱਗ ਜਿਹੜੇ ਹੈਗੇ ਸ਼ੁਰੂਆਤ ਵਾਲੇ, ਸਤਯੁਗ, ਤ੍ਰੇਤਾ, ਇਹਦੇ ਵਿੱਚ ਗਾਇਨ ਹੈ ਕਿ ਦੇਵੀ ਦੇਵਤਾ ਦਾ ਰਾਜ ਹੁੰਦਾ ਹੈ। ਦੇਵੀ ਦੇਵਤਾ ਦੇ ਇਸ ਤੇ ਧਰਤੀ ਦੇ ਉੱਪਰ ਦੇਵੀ ਦੇਵਤਿਆਂ ਦਾ ਰਾਜ ਹੁੰਦਾ ਹੈ। ਦੇਵੀ ਦੇਵਤੇ ਕਹਿਣ ਤੋਂ ਭਾਵ ਪਿਓਰ ਸੋਲਸ ਨੇ, ਨਿਰਵਿਕਾਰੀ। ਉਹਨਾਂ ਦੇ ਅੰਦਰ 5 ਵਿਕਾਰ ਹੈ ਨਹੀਂ ਗੇ। ਤੇ ਹੁਣ ਕਲਯੁਗ ਚੱਲ ਰਿਹਾ ਹੈ। ਕਲਯੁਗ ਤੋਂ ਬਾਅਦ ਫਿਰ ਸਤਯੁਗ ਆਉਣਾ ਹੈ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਫਿਰ ਸਤਯੁਗ। ਇਹ ਪਰਿਵਰਤਨ, ਇਹ ਚੇਂਜ ਹੁੰਦਾ ਰਹਿੰਦਾ ਹੈ। ਇਹ ਉਹ ਆਪ ਅਕਾਲ ਪੁਰਖ ਸਾਨੂੰ ਸੇਧ ਬਖਸ਼ ਰਹੇ ਨੇ। ਤੇ ਹੁਣ ਜਿਹੜਾ ਸਤਯੁਗ ਆਉਣ ਵਾਲਾ ਹੈ, ਫਿਰ ਖਾਲਸੇ ਦਾ ਰਾਜ। ਅੱਧਾ 2 ਯੁੱਗ ਸਤਯੁਗ, ਤ੍ਰੇਤਾ ਹੋਣਾ ਹੈ। ਤੇ ਹੁਣ ਆਪਾਂ ਡਿਸਕ੍ਰਾਈਬ ਸਮਝਾਂਗੇ ਵਿਸਥਾਰ ਦੇ ਵਿੱਚ ਕਿ ਖਾਲਸਾ ਕੀ ਹੈ। ਦਸਮ ਪਿਤਾ ਫਰਮਾਨ ਕਰ ਰਹੇ ਨੇ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੇ। ਜਾਗਤ ਜੋਤ, ਉਹਦੀ ਜੋਤੀ ਜਾਗਦੀ ਹੈ। ਆਤਮਾ ਦੀ ਜੋਤੀ ਜਗੀ ਹੋਈ ਹੈਗੀ ਹੈ। ਏਕ ਬਿਨਾ, ਉਹ ਇੱਕ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦਾ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ। ਹੋਰ ਥਾਵਾਂ 'ਤੇ, ਕਿਸੇ ਹੋਰ ਥਾਂ 'ਤੇ ਮੱਥਾ ਨਹੀਂ ਟੇਕਦਾ ਉਹ। ਗੋਰ ਮੜੀਆਂ ਨੂੰ, ਇਹਨਾਂ ਨੂੰ ਨਹੀਂ ਮੰਨਦਾ, ਇੱਕ ਨੂੰ ਮੰਨਦਾ ਹੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੈ। ਜੇ ਉਹ ਇਹਨਾਂ ਤੋਂ ਵਿਹੂਣਾ ਹੈ, ਇਹ ਉਹਦੀ ਕੁਆਲਿਟੀ ਉਹਦੇ ਜੀਵਨ ਦੇ ਵਿੱਚ ਨਹੀਂ, ਤੇ ਉਹ ਖਾਲਸ ਨਹੀਂ, ਉਹ ਨਿਖਾਲਸ ਹੈ, ਇੰਪਿਓਰ ਹੈ। ਖਾਲਸ ਕਹਿਣ ਤੋਂ ਭਾਵ ਪਿਓਰ। ਇੰਪਿਓਰਿਟੀ ਕੁਛ ਵੀ ਨਹੀਂ ਹੈਗੀ ਉਹਦੇ ਜੀਵਨ ਦੇ ਵਿੱਚ। ਹੋਰ ਅੱਗੇ ਕਰ ਰਹੇ, ਹੁਕਮ ਕਰ ਰਹੇ ਦਸਵੇਂ ਪਾਤਸ਼ਾਹ, ਆਤਮ ਰਸ ਜਹ ਜਾਨਹਿ, ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ, ਤਾਸ ਮੈਂ ਰੰਚਕ ਨਾਹਿਨ ਪੇ। ਇੱਥੋਂ ਤੱਕ ਦਸਵੇਂ ਪਾਤਸ਼ਾਹ ਕਹਿ ਰਹੇ, ਮੇਰੇ ਵਿੱਚ, ਉਹਦੇ ਵਿੱਚ, ਕਿ ਉਸ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ, ਭੇਦ ਖਤਮ ਹੋ ਜਾਂਦਾ ਹੈ। ਜਿਹਨੇ ਆਤਮ ਸਰੂਪ ਦੇ ਵਿੱਚ ਰਹਿਣਾ ਹੈ ਸਦਾ ਕਾਲ, ਜਿਹਦੀ ਜੋਤੀ ਜਗੀ ਹੋਈ ਹੈ, ਆਤਮ ਜੋਤ, ਉਹ ਆਤਮ ਜੋਤ ਜਗਣ ਦੇ ਉੱਪਰ ਉਹਦਾ ਕਨੈਕਸ਼ਨ ਇੱਕ ਦੇ ਨਾਲ ਹੋਣ ਦੇ ਆਧਾਰ 'ਤੇ ਉਹ ਭੇਦ ਖਤਮ ਹੁੰਦਾ ਜਾਂਦਾ ਹੈ। ਸੰਗ ਦਾ ਰੰਗ ਲੱਗਦਾ ਹੈ, ਉਹ ਭੇਦਤਾ ਖਤਮ ਹੋ ਜਾਂਦੀ ਹੈ, ਅਭੇਦ ਹੋ ਜਾਂਦਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਹਿਣ ਤੋਂ ਭਾਵ ਉਸ ਅਕਾਲ ਪੁਰਖ ਦੀ ਮੌਜ ਦੇ ਆਧਾਰ 'ਤੇ ਖਾਲਸਾ ਮੀਨਸ ਪਿਓਰ ਸੋਲਸ ਜਨਮਦੀਆਂ। ਇਹ ਉਹਦੀ ਫੌਜ ਹੈ।
ਤੇ ਅੱਗੇ ਹੋਰ ਹੁਕਮ ਕਰ ਰਹੇ, ਜਬ ਲਗ ਖਾਲਸਾ ਰਹੇ ਨਿਆਰਾ। ਹੋਰਾਂ ਗੱਲਾਂ ਤੋਂ ਜਦੋਂ ਤੱਕ ਨਿਆਰਾ ਹੈਗਾ, ਤਬ ਲਗ ਤੇਜ ਦੇਉ ਮੈਂ ਸਾਰਾ। ਮੈਂ ਆਪਣੀ ਸਾਰੀ ਐਨਰਜੀ ਇਹਨਾਂ ਨੂੰ ਦੇ ਰਿਹਾ। ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜੇ ਹੋਰ ਇੱਧਰ ਉੱਧਰ ਭਟਕਦੇ ਹੋਰ ਗੱਲਾਂ ਦੇ ਵਿੱਚ, ਤੇ ਫਿਰ ਮੈਂ ਇਹਨਾਂ ਦਾ ਮਾਰਗਦਰਸ਼ਨ, ਇਹਨਾਂ ਨੂੰ ਸ਼ਕਤੀਆਂ ਦੇਣਾ ਮੈਂ ਬੰਦ ਕਰ ਦੇਣਾ। ਮੈਂ ਨਾ ਕਰੂੰ ਇਨਕੀ ਪ੍ਰਤੀਤ। ਰਹਿਤਨਾਮਿਆਂ ਦੇ ਵਿੱਚ ਤਾਂ ਇੱਥੋਂ ਤੱਕ ਵਰਣਨ ਕਰ ਦਿੱਤਾ ਹੈ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਹੈ। ਸਿੱਖ ਦੀ ਉਨੀ ਵੈਲਿਊ ਨਹੀਂ ਜਿੰਨੀ ਰਹਿਣੀ ਦੀ ਹੈ, ਜਿੰਨੀ ਕੁਰਹਿਤਾ ਤੋਂ ਦੂਰ ਰਹਿਣ ਦੀ ਵੈਲਿਊ ਹੈ। ਰਹਿਤ ਪਿਆਰੀ ਮੁਝਕੋ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਠਾकुर मैं उसका चेहरा। ਰਹਿਤ ਬਿਨਾ ਨੇ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾ ਖਾਵੇ। ਦਰ ਦਰ ਦੀ ਚੋਟਾ ਖਾਣੀਆਂ ਪੈਣੀਆਂ ਜੇ ਰਹਿਤ ਨਹੀਂ ਹੈਗੀ। ਰਹਿਤ ਬਿਨਾ ਸੁਖ ਕਬੂ ਨਾ ਲਹੈ, ਤਾਂ ਤੇ ਰਹਿਤ ਸੋ ਦ੍ਰਿੜ ਕਰ ਰਹਿ। ਖਾਲਸਾ ਖਾਸ ਕਹਾਵੇ ਸੋਈ, ਜਾਂ ਕੇ ਹਿਰਦੇ ਭਰਮ ਨਾ ਹੋਏ। ਜਿਹਦੇ ਹਿਰਦੇ ਵਿੱਚ ਕੋਈ ਭਰਮ ਨਹੀਂ ਹੈਗਾ, ਇੱਕ ਦੇ ਉੱਪਰ ਭਰੋਸਾ ਹੈ, ਉਹ ਖਾਲਸਾ ਖਾਸ ਕਹਾਉਂਦਾ ਹੈ। ਭਰਮ ਪੇਖਤੇ ਰਹੇ ਨਿਆਰਾ। ਭਰਮ ਤੇ ਪੇਖਾਂ ਤੋਂ, ਅਨੇਕ ਗੱਲਾਂ ਤੋਂ ਜਿਹੜੀ ਭਟਕਾਉਣ ਵਾਲੀਆਂ, ਉਹਨਾਂ ਤੋਂ ਨਿਆਰਾ। ਸੋ ਖਾਲਸਾ ਸਤਿਗੁਰੂ ਹਮਾਰਾ। ਇੱਥੋਂ ਤੱਕ ਹੈ ਰਹਿਤਨਾਮਿਆਂ ਦੇ ਵਿੱਚ ਵਰਣਨ ਹੈ। ਖਾਲਸਾ ਸੋਈ ਜੋ ਨਿੰਦਾ ਤਿਆਗੇ, ਖਾਲਸਾ ਸੋਈ ਜੋ ਪਰਦ੍ਰਿਸ਼ਟ ਤਿਆਗੇ। ਇਹ ਸਾਰੇ ਰਹਿਤਾਂ, ਕੁਰਹਿਤਾਂ ਤੋਂ ਦੂਰ ਰਹਿਣ ਦੀ, ਜੋ ਨਿੰਦਾ ਤਿਆਗੇ, ਖਾਲਸਾ ਸੋਈ ਜੋ ਲੜੇ ਹੋਏ ਆਗੇ। ਕਹਿਣ ਤੋਂ ਭਾਵ ਸਾਰੀ ਰਹਿਤਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ। ਰਹਿਤ ਕਹਿਣ ਤੋਂ ਭਾਵ ਜੀਵਨ ਬਹੁਤ ਸੋਹਣਾ, ਸੁੱਚਾ ਸੁਚੱਜਾ ਹੋਵੇ, ਸਾਫ ਸੁਥਰਾ ਹੋਵੇ। ਇੰਨੀ ਸੱਚਾਈ ਸਫਾਈ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੀ, ਕਲੀਨ, ਕਲੀਅਰ, ਖਾਲਸ, ਪਿਓਰ। ਕਿਉਂਕਿ ਪਿਓਰ ਦੀ ਵੈਲਿਊ ਹੁੰਦੀ ਹੈ, ਇੰਪਿਓਰ ਦੀ ਉਨੀ ਵੈਲਿਊ ਨਹੀਂ ਹੁੰਦੀ। ਪਿਓਰ ਸੋਨਾ, ਪਿਓਰ 24 ਕੈਰਟ, ਉਹਦੀ ਵੈਲਿਊ ਅੱਡ ਹੁੰਦੀ ਹੈ। ਮਿਕਸਚਰਿਟੀ ਵਾਲਾ ਉਹਦੀ ਉਨੀ ਵੈਲਿਊ ਨਹੀਂ ਹੁੰਦੀ। ਤੇ ਇੰਨੀ ਉਪਮਾ ਕਹਿ ਰਹੇ, ਉਪਮਾ ਖਾਲਸੇ ਜਾਤ ਨਾ ਕਹੀ, ਜੇਵਾ ਏਕ ਪਾਰ ਨਹਿ ਲਹੀ। ਸੇਸ ਰਸਨ ਸਾਰਦ ਸੀ ਬੁੱਧ, ਤਦਪਨਾ ਉਪਮਾ ਬਰਨਤ ਸੁਧ। ਇਤਨੀ ਬੁੱਧੀ ਦੇ ਨਾਲ ਵੀ ਇਹਨਾਂ ਦੀ ਮਹਿਮਾ ਬਖਾਨ ਨਹੀਂ ਕੀਤੀ ਜਾ ਸਕਦੀ। ਇਹ ਸਾਨੂੰ ਡਿਸਕ੍ਰਿਪਸ਼ਨ ਖਾਲਸੇ ਦਾ ਸਾਨੂੰ ਮਿਲ ਰਿਹਾ ਹੈ ਗੁਰਬਾਣੀ ਦੇ ਵਿੱਚੋਂ। ਤੇ ਸਾਨੂੰ ਇਸ ਟਾਈਮ ਪਿਤਾ ਪਰਮਾਤਮਾ ਜਿਹੜੀ ਨੌਲੇਜ ਦੇ ਰਹੇ, ਉਸ ਦੇ ਆਧਾਰ 'ਤੇ ਗੁਰਬਾਣੀ ਦੀ ਸੇਧ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਆਪਣੇ ਆਪ ਨੂੰ ਪਿਓਰ ਬਣਾਉਣਾ ਪੈਣਾ ਹੈ। ਤਾਂ ਅਸੀਂ ਖਾਲਸੇ ਦੇ ਰਾਜ ਦੇ ਵਿੱਚ ਜਾਣ ਦੇ ਯੋਗ ਬਣਾਂਗੇ। ਖਾਲਸੇ ਦੇ ਰਾਜ ਦੀ ਉਦੋਂ ਮੰਗ ਕਰ ਸਕਦੇ ਹਾਂ ਜਦੋਂ ਅਸੀਂ ਖਾਲਸੇ ਬਣਾਂਗੇ, ਪਿਓਰ ਬਣਾਂਗੇ। ਖਾਲਸ ਮੀਨਸ ਪਿਓਰ। ਇੰਪਿਉਰਿਟੀਆਂ ਸਾਰੀਆਂ ਖਤਮ। ਇਹ ਸਾਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨੇ ਪੈਣੇ। ਗੁਰਬਾਣੀ ਦੇ ਉਪਦੇਸ਼, ਗੁਰਬਾਣੀ ਦੇ ਆਦੇਸ਼, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਅੱਗੇ ਫਿਰ ਸੇਵਾ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।